Good morning, students. Now we will start the another part of our book, part number B, ਜੋ ਕਿ ਹੈ ਇੰਡੀਅਨ ਇਕੋਨਮੀ ਦੇ ਬਾਰੇ, ਇੰਡੀਅਨ ਇਕਨੋਮਿਕ ਡਿਵੈਲਪਮੈਂਟ, ਜਿਹਦੇ ਵਿੱਚ ਆਪਾਂ ਭਾਰਤ ਦੀ ਆਰਥਿਕ ਵਿਵਸਥਾ ਦੇ ਵਿਕਾਸ ਬਾਰੇ ਪੜਾਂਗੇ। ਠੀਕ ਹੈ, ਅੱਜ ਉਹਦਾ ਆਪਾਂ ਫਸਟ ਲੈਸਨ ਸਟਾਰਟ ਕਰਨਾ। ਲੈਸਨ ਨੰਬਰ 17, ਸਟੇਟ ਆਫ ਇੰਡੀਅਨ ਇਕੋਨਮੀ ਔਨ ਦਾ ਈਵ ਆਫ ਇੰਡੀਪੈਂਡੈਂਸ। ਕਹਿੰਦੇ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ, ਠੀਕ ਆ, ਉਸ ਸਮੇਂ ਆਜ਼ਾਦੀ ਦੇ ਸਮੇਂ ਭਾਰਤ ਦੀ ਅਰਥ ਵਿਵਸਥਾ ਇੰਡੀਅਨ ਇਕੋਨਮੀ ਦੀ ਕੀ ਹਾਲਾਤ ਸਨ, ਕੀ ਉਹਨਾਂ ਦੀ ਸਟੇਟ ਸੀ, ਅੱਜ ਉਹਦੇ ਬਾਰੇ ਆਪਾਂ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਇਹਦੀ ਇੰਟਰੋਡਕਸ਼ਨ ਡਿਸਕਸ ਕਰਦੇ ਹਾਂ। ਸੋ ਦੇਖੋ, ਚੈਪਟਰ ਨੰਬਰ 17, ਟੌਪਿਕ ਉਹਦਾ ਫਸਟ, ਸਟੇਟ ਆਫ ਇੰਡੀਅਨ ਇਕੋਨਮੀ ਔਨ ਦਾ ਈਵ ਆਫ ਇੰਡੀਪੈਂਡੈਂਸ। ਕਹਿੰਦੇ ਆਪਾਂ ਨੂੰ ਪਤਾ ਵੀ ਜਿਹੜਾ ਇੰਡੀਆ ਦੇ ਉੱਤੇ ਬ੍ਰਿਟਿਸ਼ ਰਾਜ ਰਿਹਾ, ਠੀਕ ਹੈ, ਅੰਗਰੇਜ਼ਾਂ ਨੇ ਕੀ ਆ, ਇੰਡੀਆ ਨੂੰ ਗੁਲਾਮ ਬਣਾ ਰਿਹਾ ਸੀ। ਤਕਰੀਬਨ ਉਹਨਾਂ ਨੇ 2 ਸੈਂਚੁਰੀਜ਼ ਤੱਕ, 2 ਸੈਂਚੁਰੀਜ਼ ਕਿੰਨੀਆਂ ਹੁੰਦੀਆਂ, 200 ਸਾਲਾਂ ਤੱਕ ਕੀ ਆ, ਇੰਡੀਆ ਨੂੰ ਗੁਲਾਮ ਬਣਾਈ ਰੱਖਿਆ। ਇਹਨਾਂ ਸਾਲਾਂ ਦੇ ਵਿੱਚ, ਇਹਨਾਂ 200 ਸਾਲਾਂ ਦੇ ਵਿੱਚ ਇੰਡੀਆ ਨੇ ਕੋਈ ਕੀ ਆ ਵਿਕਾਸ ਨਹੀਂ ਕੀਤਾ, ਕਿਉਂਕਿ ਉਹ ਇੱਕ ਗੁਲਾਮ ਦੇਸ਼ ਬਣ ਚੁੱਕਿਆ ਸੀ। ਇਸ ਤੋਂ ਬਾਅਦ ਕੀ ਹੋਇਆ, ਇੰਡੀਆ ਗੋਟ ਫਰੀडम ਔਨ 15 ਅਗਸਤ 1947, ਠੀਕ ਹੈ, 1947 ਦੇ ਵਿੱਚ ਕੀ ਹੈ, 15 ਅਗਸਤ ਨੂੰ ਭਾਰਤ ਨੇ ਕੀ ਹੈ, ਆਜ਼ਾਦੀ ਪ੍ਰਾਪਤ ਕਰ ਲਈ। ਹੁਣ ਆਪਾਂ ਪੜ੍ਹਨਾ ਕੀ ਹੈ ਇਸ ਚੈਪਟਰ ਦੇ ਵਿੱਚ ਵੀ ਜਦੋਂ ਆਜ਼ਾਦੀ ਮਿਲੀ ਤਾਂ ਉਦੋਂ ਇੰਡੀਆ ਦੀ ਕੀ ਸਟੇਟ ਸੀਗੀ, ਠੀਕ ਹੈ, ਕੀ ਹਾਲਤ ਸੀਗੀ ਉਹਦੀ। ਦਾ ਇਕਨੋਮਿਕ ਪ੍ਰੋਫਾਈਲ ਆਫ ਇੰਡੀਆ ਵਾਜ਼ ਇਨ ਕੰਪਲੀਟ ਡਿਸਟ੍ਰੈਸ ਐਟ ਦਾ ਟਾਈਮ ਆਫ ਇੰਡੀਪੈਂਡੈਂਸ। ਠੀਕ ਹੈ, ਜਦੋਂ ਆਜ਼ਾਦੀ ਮਿਲੀ ਉਦੋਂ ਕਹਿੰਦੇ ਇਕਨੋਮਿਕ ਗਰੋਥ ਸੀ ਜਿਹੜੀ ਭਾਰਤ ਦੀ, ਜਾਂ ਇਕਨੋਮਿਕ ਹਾਲਤ ਸੀ ਭਾਰਤ ਦੀ, ਬਹੁਤ ਹੀ ਜ਼ਿਆਦਾ ਕੀ ਹੈ, ਸਟਰੈਸ ਵਿੱਚ ਸੀ, ਬਹੁਤ ਹੀ ਜ਼ਿਆਦਾ ਬੁਰੀ ਸੀ। ਠੀਕ ਹੈ, ਉਹਦੀ ਹਾਲਤ ਬਹੁਤ ਜ਼ਿਆਦਾ ਵਿਗੜ ਚੁੱਕੀ ਸੀ, ਕਿਉਂਕਿ ਜਿਹੜੇ ਬ੍ਰਿਟਿਸ਼ ਸੀਗੇ, ਜਿਹੜੇ ਅੰਗਰੇਜ਼ ਸੀਗੇ, ਉਹ ਭਾਰਤ ਨੂੰ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੇ ਕੀ ਗੁਲਾਮ ਬਣਾ ਲਿਆ ਸੀ। ਉਹਨਾਂ ਨੇ ਭਾਰਤ ਦੀ ਕੋਈ ਵਿਕਾਸ ਨਹੀਂ ਕੀਤਾ, ਠੀਕ ਹੈ, ਸਿਰਫ ਉਹਨਾਂ ਦਾ ਕੀ ਕੀਤਾ, ਇੱਕ ਤਰ੍ਹਾਂ ਦੇ ਨਾਲ ਸ਼ੋਸ਼ਣ ਕੀਤਾ, ਉਹਨਾਂ ਤੋਂ ਕੰਮ ਜ਼ਿਆਦਾ ਕਰਵਾਉਂਦੇ ਸੀ। ਠੀਕ ਹੈ, ਉਦੋਂ ਕੀ ਸੀ, ਬਸਤੀਵਾਦੀ ਸ਼ੋਸ਼ਣ ਕੀਤਾ ਜਾਂਦਾ ਸੀ। ਉਹ ਕਿਹਦਾ ਸ਼ਿਕਾਰ ਹੋਏ, ਮੈਸਿਵ ਕਲੋਨੀਅਲ ਐਕਸਪਲਾਈਟੇਸ਼ਨ, ਮਤਲਬ ਉਹਨਾਂ ਤੋਂ ਬਹੁਤ ਜ਼ਿਆਦਾ ਕੰਮ ਕਰਵਾਇਆ ਜਾਂਦਾ ਸੀ ਭਾਰਤੀਆਂ ਤੋਂ। ਉਹਨਾਂ ਨੂੰ ਵੇਜਸ ਘੱਟ ਦਿੱਤੀਆਂ ਜਾਂਦੀਆਂ ਸੀ। ਜੋ ਵੀ ਕੀ ਆ ਕੱਚਾ ਮਾਲ ਹੁੰਦਾ ਸੀਗਾ ਆਪਣੇ ਦੇਸ਼ ਦਾ, ਇੰਡੀਆ ਦਾ, ਉਹ ਆਪਣੇ ਦੇਸ਼ ਵਿੱਚ ਲੈ ਜਾਂਦੇ ਸੀ, ਬ੍ਰਿਟੇਨ ਵਿੱਚ ਲੈ ਜਾਂਦੇ ਸੀ, ਤਾਂ ਕਿ ਉਹ ਆਪਣੀ ਇੰਡਸਟਰੀ ਦਾ ਪੂਰੀ ਤਰ੍ਹਾਂ ਦੇ ਨਾਲ ਵਿਕਾਸ ਕਰ ਸਕਣ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਉਦੋਂ ਆਪਣੇ ਭਾਰਤ ਦੀ ਇਕਨੋਮਿਕ ਗਰੋਥ ਬਹੁਤ ਜ਼ਿਆਦਾ ਘੱਟ ਸੀ ਅਤੇ ਬਹੁਤ ਜ਼ਿਆਦਾ ਕੀ ਸੀ, ਡਿਸਟ੍ਰੈਸ ਸੀ। ਇਸ ਤੋਂ ਅੱਗੇ ਦੇਖੋ, ਆਜ਼ਾਦੀ ਦੇ ਸਮੇਂ ਭਾਰਤੀ ਅਰਥ ਵਿਵਸਥਾ ਦੀ ਹਾਲਤ। ਔਨ ਦਾ ਈਵ ਆਫ ਇੰਡੀਪੈਂਡੈਂਸ, Indian economy had very low level of economic development under the British rule। British rule ਮਤਲਬ ਅੰਗਰੇਜ਼ਾਂ ਦਾ ਜਦੋਂ ਸ਼ਾਸਨ ਸੀ, ਉਦੋਂ ਜਿਹੜੀ ਭਾਰਤ ਦੀ ਜਿਹੜੀ ਇਕਨੋਮਿਕ ਵਿਕਾਸ ਸੀ, ਉਹਦਾ ਆਰਥਿਕ ਵਿਕਾਸ ਸੀ, ਉਹਦਾ ਲੈਵਲ ਬਹੁਤ ਹੀ ਜ਼ਿਆਦਾ ਲੋ ਸੀ, ਘੱਟ ਸੀ, ਮਤਲਬ ਉਹਨਾਂ ਦਾ ਵਿਕਾਸ ਬਿਲਕੁਲ ਵੀ ਨਹੀਂ ਹੋ ਰਿਹਾ ਸੀ। ਠੀਕ ਹੈ, ਇਸ ਤੋਂ ਅੱਗੇ ਦੇਖੋ, ਦਾ ਮੇਨ ਪਰਪਜ਼ ਆਫ ਬ੍ਰਿਟਿਸ਼ ਕਲੋਨੀਅਲ ਰੂਲ। ਠੀਕ ਹੈ, ਤੁਹਾਨੂੰ ਪਹਿਲਾਂ ਵੀ ਦੱਸਿਆ ਦੀ ਉਦੋਂ ਬਸਤੀਵਾਦ ਦੀ ਰੂਲ ਬਣਾਇਆ ਗਿਆ ਸੀ, ਇੱਕ ਕਲੋਨੀਅਲ ਰੂਲ ਬਣਾਇਆ ਗਿਆ ਸੀ ਇੰਡੀਆ ਦੇ ਵਿੱਚ। ਠੀਕ ਹੈ, ਕਿਹਨਾਂ ਦੁਆਰਾ, ਅੰਗਰੇਜ਼ਾਂ ਦੇ ਦੁਆਰਾ। ਉਹਦੇ ਵਿੱਚ ਕੀ ਸੀ, ਉਹਨਾਂ ਨੇ ਭਾਰਤ ਨੂੰ ਇੱਕ ਸਿਰਫ ਰॉ ਮਟੀਰੀਅਲ ਦਾ ਸਪਲਾਇਰ ਸਮਝ ਰੱਖਿਆ ਸੀ, ਵੀ ਅਸੀਂ ਕੱਚਾ ਮਾਲ ਭਾਰਤ ਤੋਂ ਇਕੱਠਾ ਕਰਕੇ ਆਪਣੇ ਦੇਸ਼ ਵਿੱਚ ਲੈ ਜਾਵਾਂਗੇ ਅਤੇ ਆਪਦੇ ਦੇਸ਼ ਦੇ ਜਿਹੜੀ ਇੰਡਸਟਰੀਅਲ ਬੇਸ ਆ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਸਟਰੋਂਗ ਕਰ ਲਾਂਗੇ, ਉਹਨੂੰ ਵਧਾ ਲਵਾਂਗੇ। ਸੋ ਇਸੇ ਤਰ੍ਹਾਂ ਭਾਰਤ ਦੀ ਜਿਹੜੀ ਇਕਨੋਮਿਕ ਗਰੋਥ ਆ ਉਹ ਬਿਲਕੁਲ ਵੀ ਨਹੀਂ ਹੋਈ ਉਸ ਸਮੇਂ। ਠੀਕ ਹੈ, ਪਿਛਲੇ 70 ਸਾਲ ਦੀ ਭਾਰਤੀ ਆਰਥਿਕ ਵਿਵਸਥਾ ਦੇ ਵਿਕਾਸ ਬਾਰੇ ਨਿਰਣਾ ਲੈਣ ਤੋਂ ਪਹਿਲੇ ਬ੍ਰਿਟਿਸ਼ ਸ਼ਾਸਨ ਦੀ ਸ਼ੋਸ਼ਣ ਵਾਲੇ ਸਰੂਪ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਠੀਕ ਹੈ, ਇਸ ਤੋਂ ਪਹਿਲਾਂ ਕਿ ਆਪਾਂ ਇਹ ਪੜ੍ਹੀਏ ਵੀ ਕਿੰਨਾ ਵਿਕਾਸ ਕੀਤਾ ਭਾਰਤ ਨੇ ਆਜ਼ਾਦੀ ਤੋਂ ਬਾਅਦ ਹੁਣ ਤੱਕ, ਉਸ ਤੋਂ ਪਹਿਲਾਂ ਆਪਾਂ ਇਹ ਜਾਣ ਲੈਂਦੇ ਹਾਂ ਵੀ ਜਦੋਂ ਬ੍ਰਿਟਿਸ਼ ਰੂਲ ਚੱਲ ਰਿਹਾ ਸੀ, ਬ੍ਰਿਟਿਸ਼ ਦਾ ਸ਼ਾਸਨ ਚੱਲ ਰਿਹਾ ਸੀ, ਅੰਗਰੇਜ਼ਾਂ ਦਾ ਰਾਜ ਚੱਲ ਰਿਹਾ ਸੀ, ਉਦੋਂ ਉਹਨਾਂ ਨੇ ਕਿਹੜੇ ਤਰੀਕਿਆਂ ਦੇ ਨਾਲ ਭਾਰਤ ਦਾ ਸ਼ੋਸ਼ਣ ਕੀਤਾ। ਠੀਕ ਹੈ, ਭਾਰਤ ਨੂੰ ਕਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਤੰਗ ਕੀਤਾ। ਲੋ ਲੈਵਲ ਆਫ ਇਕਨੋਮਿਕ ਡਿਵੈਲਪਮੈਂਟ ਅੰਡਰ ਦਾ ਕਲੋਨੀਅਲ ਰੂਲ। ਠੀਕ ਹੈ, ਕਲੋਨੀਅਲ ਰੂਲ ਬਸਤੀਵਾਦ ਬਣਾਇਆ ਗਿਆ ਸੀ, ਬਸਤੀਵਾਦ ਸ਼ਾਸਨ ਦੇ ਅੰਦਰ ਅਰਥ ਵਿਵਸਥਾ ਦਾ ਵਿਕਾਸ ਆ ਜਿਹੜਾ ਉਹ ਪੂਰੀ ਤਰ੍ਹਾਂ ਘੱਟ ਗਿਆ ਸੀ। ਕਿਉਂ ਘੱਟ ਗਿਆ ਸੀ, ਦੇਖੋ, ਕਹਿੰਦੇ ਜਿਹੜੀ ਬ੍ਰਿਟਿਸ਼ ਗੌਰਮੈਂਟ ਸੀਗੀ, ਅੰਗਰੇਜ਼ਾਂ ਦੀ ਸਰਕਾਰ ਸੀ, ਉਹਨਾਂ ਨੇ ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਜਿਹਦੇ ਨਾਲ ਜਿਹੜਾ ਪ੍ਰੋਸੈਸ ਆਫ ਡਿਵੈਲਪਮੈਂਟ ਇਨ ਕੰਟਰੀ, ਠੀਕ ਹੈ, ਜਿਹੜਾ ਇੰਡੀਆ ਦੀ ਡਿਵੈਲਪਮੈਂਟ ਦੇ ਲਈ ਜੋ ਵੀ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਸੀ, ਉਹ ਪੂਰੀ ਤਰ੍ਹਾਂ ਦੇ ਨਾਲ ਕੀ ਉਹਦੇ ਵਿੱਚ ਰੁਕਾਵਟ ਬਣ ਜਾਵੇ। ਸੋ ਕੀ ਆ, ਅੰਗਰੇਜ਼ ਕੀ ਚਾਹੁੰਦੇ ਸੀ ਕਿ ਇੰਡੀਆ ਦਾ ਵਿਕਾਸ ਨਾ ਹੋਵੇ।
ਸੋ ਇਹੋ ਜਿਹੀਆਂ ਪਾਲਿਸੀਆਂ ਬਣਾਉਂਦੇ ਸੀ ਕਿ ਜਿਹਦੇ ਨਾਲ ਕੀ ਹੈ ਇਹਨਾਂ ਦੇ ਵਿਕਾਸ ਵਿੱਚ ਰੁਕਾਵਟ ਆ ਜਾਵੇ। ਇਸ ਤੋਂ ਬਿਨਾਂ ਜਿਹੜੇ ਸੈਕਟਰਸ ਸੀਗੇ, ਜਿਵੇਂ ਐਗਰੀਕਲਚਰ ਸੈਕਟਰ ਹੋ ਗਿਆ, ਇੰਡਸਟਰੀਅਲ ਸੈਕਟਰ ਹੋ ਗਿਆ, ਫੋਰਨ ਟ੍ਰੇਡ ਸੈਕਟਰ ਹੋ ਗਿਆ, ਉਹ ਇੱਕ ਤਰ੍ਹਾਂ ਦੇ ਸੈਂਪਲਸ ਹੋ ਗਏ ਸੀ, ਮਤਲਬ ਕੰਬਦੇ ਸੀਗੇ। ਉਹਨਾਂ ਨੂੰ ਨਾ ਕੋਈ ਸਹਾਰਾ ਦਿੰਦਾ ਸੀ, ਨਾ ਉੱਥੇ ਕੰਮ ਕਰਨ ਵਾਲੇ ਲੋਕ ਸੀਗੇ, ਠੀਕ ਹੈ, ਨਾ ਹੀ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀਆਂ ਸਰਵਿਸ ਦਿੱਤੀਆਂ ਜਾਂਦੀਆਂ ਸੀ। ਸੋ ਇਹਨਾਂ ਦੀ ਹਾਲਤ ਵੀ ਬਹੁਤ ਜ਼ਿਆਦਾ ਬੁਰੀ ਸੀ। ਇਸ ਤੋਂ ਅੱਗੇ ਬਹੁਤ ਸਾਰੇ ਇਹੋ ਜਿਹੇ ਲੋਕ ਸੀ ਜਿਨ੍ਹਾਂ ਨੇ ਚਾਹਿਆ ਕਿ ਭਾਰਤ ਦੀ ਜਿਹੜੀ ਆਜ਼ਾਦੀ ਤੋਂ ਪਹਿਲਾਂ ਕੀ ਆਮਦਨ ਦਾ, ਰਾਸ਼ਟਰੀ ਆਮਦਨ ਦਾ, ਪ੍ਰਤੀ ਵਿਅਕਤੀ ਆਮਦਨ ਦਾ ਅਨੁਮਾਨ ਲਗਾਇਆ ਜਾਵੇ। ਪਰ ਕੀ ਆ, ਅੰਗਰੇਜ਼ਾਂ ਨੇ ਇਹੋ ਜਿਹੀਆਂ ਨੀਤੀਆਂ ਬਣਾਈਆਂ ਗਈਆਂ ਸੀ ਕਿ ਵੀ ਕੋਈ ਵੀ ਅਨੁਮਾਨ ਲਗਾਉਣ ਲਈ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ। ਸੋ ਕੀ ਆ, ਕਹਿੰਦੇ ਕਈ ਲੋਕਾਂ ਨੇ ਕੀ ਸਿੱਟਾ ਕੱਢਿਆ ਆਪਣੀ ਇਨਵੈਸਟੀਗੇਸ਼ਨ ਤੋਂ ਬਾਅਦ ਕਿ ਜਦੋਂ ਆਜ਼ਾਦੀ ਤੋਂ ਪਹਿਲਾਂ ਕਹਿੰਦੇ ਜਿਹੜੀ ਭਾਰਤ ਦੀ ਇਕਨੋਮਿਕ ਗਰੋਥ ਸੀ ਉਹ ਜਮਾਂ ਵੀ ਰੁਕੀ ਹੋਈ ਸੀ, ਠੀਕ ਹੈ, ਜਮਾਂ ਵੀ ਨਹੀਂ ਹੋ ਰਹੀ ਸੀ। ਇਸ ਤੋਂ ਅੱਗੇ ਉਹਨਾਂ ਦੇ ਅਨੁਮਾਨ ਦੇ ਅਨੁਸਾਰ ਇਹ ਕਿਹਾ ਜਾ ਸਕਦਾ ਵੀ ਜਦੋਂ ਜਿਹੜੀ 20ਵੀਂ ਸਦੀ ਸੀ, 20ਵੀਂ ਸੈਂਚੁਰੀ ਸੀ, ਉਹਦੇ ਅੱਧ ਤੱਕ ਜਿਹੜੀ ਐਗਰੀਗੇਟ ਰੀਅਲ ਆਊਟਪੁੱਟ ਸੀਗੀ ਉਹਦੀ ਗਰੋਥ ਰੇਟ ਸਿਰਫ 2% ਸੀ, ਠੀਕ ਹੈ, ਜੋ ਕਿ ਬਹੁਤ ਘੱਟ ਹੁੰਦੀ ਆ। ਅਤੇ ਜਿਹੜੀ ਪਰ ਕੈਪੀਟਾ ਆਊਟਪੁੱਟ ਸੀ ਉਹਦੀ ਗਰੋਥ ਕਿੰਨੀ ਸੀ, ਸਿਰਫ 0.5%, ਠੀਕ ਹੈ। ਸੋ ਆਪਾਂ ਕਹਿ ਸਕਦੇ ਹਾਂ ਵੀ ਆਜ਼ਾਦੀ ਤੋਂ ਪਹਿਲਾਂ ਕੀ ਸੀ, ਜਿਹੜੀ ਅਸਲ ਉਤਪਾਦਕ ਦਰ ਸੀਗੀ ਉਹਦੀ ਗਰੋਥ ਸੀ ਉਹ 2% ਅਤੇ ਪ੍ਰਤੀ ਵਿਅਕਤੀ ਆਮਦਨ ਦੀ ਦਰ ਕਿੰਨੀ ਸੀ, 0.5% ਸੀਗੀ ਸਿਰਫ, ਠੀਕ ਹੈ। ਸੋ ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਕਿ ਪਰਸੈਂਟੇਜ ਕੰਟਰੀਬਿਊਸ਼ਨ ਆਫ ਵੇਰੀਅਸ ਸੈਕਟਰਸ ਇਨ ਦਾ ਨੈਸ਼ਨਲ ਇਨਕਮ। ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਕਹਿੰਦੇ ਅਜਿਹੇ ਮੇਨ 3 ਸੈਕਟਰ ਹੁੰਦੇ ਆਪਣੀ ਇਕੋਨਮੀ ਦੇ ਵਿੱਚ, ਪ੍ਰਾਇਮਰੀ, ਸੈਕੰਡਰੀ ਅਤੇ ਟਰਸ਼ਰੀ, ਠੀਕ ਹੈ। ਇਹਨੂੰ ਪਹਿਲਾ ਖੇਤਰ, ਦੂਜਾ ਅਤੇ ਤੀਜਾ ਸੈਕਟਰ ਵੀ ਕਿਹਾ ਜਾਂਦਾ। ਪਹਿਲੇ ਸੈਕਟਰ ਦੇ ਵਿੱਚ ਕੀ ਆ, ਪ੍ਰਾਇਮਰੀ ਦੇ ਵਿੱਚ ਐਗਰੀਕਲਚਰ ਵਗੈਰਾ ਆ ਜਾਂਦੇ ਆ, ਠੀਕ ਹੈ, ਜੋ ਹੱਥ ਨਾਲ ਕੰਮ ਕਰਦੇ ਆ। ਇਸ ਤੋਂ ਬਾਅਦ ਮਸ਼ੀਨਾਂ ਦਾ ਕੰਮ ਸੈਕੰਡਰੀ ਸੈਕਟਰ ਦੇ ਵਿੱਚ ਰੱਖਿਆ ਜਾਂਦਾ, ਜਿਵੇਂ ਉਦਯੋਗ ਵਗੈਰਾ, ਇੰਡਸਟਰੀਜ਼ ਵਗੈਰਾ। ਸਰਵਿਸ ਸੈਕਟਰ ਨੂੰ ਤੀਸਰੇ ਵਿੱਚ ਰੱਖਿਆ ਜਾਂਦਾ, ਜਿਹਦੇ ਵਿੱਚ ਕੀ ਆ ਸਰਵਿਸਿਜ਼ ਦਾ ਕੀ ਆ ਸੈਕਟਰਸ ਆਉਂਦਾ ਹੈ, ਠੀਕ ਹੈ। ਹੁਣ ਆਪਾਂ ਪੜ੍ਹਾਂਗੇ ਇਹਨਾਂ ਤਿੰਨਾਂ ਸੈਕਟਰਸ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਨੈਸ਼ਨਲ ਇਨਕਮ ਦੇ ਵਿੱਚ, ਰਾਸ਼ਟਰੀ ਆਮਦਨ ਵਿੱਚ ਕਿੰਨਾ ਹਿੱਸਾ ਪਾਇਆ, ਠੀਕ ਹੈ। ਉਹ ਤੋਂ ਆਪਾਂ ਨੂੰ ਪਤਾ ਲੱਗ ਜੂ ਵੀ ਕਿੰਨੀ ਕੁ ਗਰੋਥ ਸੀ। ਪਹਿਲਾਂ ਦੇਖੋ, ਆਜ਼ਾਦੀ ਤੋਂ ਪਹਿਲਾਂ 1901 ਦੇ ਵਿੱਚ ਕਿੰਨਾ ਸੀ ਇਹਦਾ ਹਿੱਸਾ ਪ੍ਰਾਇਮਰੀ ਸੈਕਟਰ ਦਾ, ਕਹਿੰਦੇ ਕਿੰਨਾ ਸੀਗਾ 63%, ਅਤੇ ਆਜ਼ਾਦੀ ਤੋਂ ਬਾਅਦ ਇਹ ਘਟ ਗਿਆ, ਠੀਕ ਹੈ, ਕਿੰਨਾ ਹੋ ਗਿਆ 58। ਇਹ 12 ਸੀ, ਇਹ 14 ਸੀ, ਠੀਕ ਹੈ, ਇਹ 23 ਸੀ ਅਤੇ ਇਹ 27 ਸੀ। ਇਹ ਤੁਹਾਨੂੰ ਇੱਦਾਂ ਹੀ ਯਾਦ ਕਰਨਾ ਪਊਗਾ। ਇਸ ਤੋਂ ਕੀ ਆਪਾਂ ਦੇਖਦੇ ਹਾਂ ਵੀ ਚੇਂਜ ਬਹੁਤ ਜ਼ਿਆਦਾ ਘੱਟ ਆਇਆ, ਠੀਕ ਹੈ, ਇਹਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਘੱਟ। ਇਹਦੇ ਤੋਂ ਅਨੁਮਾਨ ਲਗਾਇਆ ਜਾਂਦਾ ਵੀ ਜਿਹੜੀ ਗਰੋਥ ਹੋ ਰਹੀ ਸੀ ਇੰਡੀਅਨ ਇਕੋਨਮੀ ਦੀ ਉਹ ਬਹੁਤ ਜ਼ਿਆਦਾ ਘੱਟ ਸੀ। ਇਸ ਤੋਂ ਅੱਗੇ ਦੇਖੋ, ਸਟੇਟ ਆਫ ਇੰਡੀਅਨ ਇਕੋਨਮੀ ਔਨ ਦਾ ਈਵ ਆਫ ਇੰਡੀਪੈਂਡੈਂਸ ਕੈਨ ਬੀ ਅੰਡਰਸਟੂਡ ਬਾਈ ਦਾ ਸਟੱਡਿੰਗ ਪਰਫੋਰਮੈਂਸ ਆਫ ਵੇਰੀਅਸ ਸੈਕਟਰਸ ਸੈਪਰੇਟਲੀ, ਠੀਕ ਹੈ। ਜਦੋਂ ਆਪਾਂ ਕੀ ਆ ਵੱਖਰੇ ਵੱਖਰੇ ਤੌਰ 'ਤੇ ਹਰੇਕ ਜਿਹੜਾ ਆਹ ਵਾਲਾ ਸੈਕਟਰ ਆ ਜਾਂ ਫਿਰ ਜਿਹੜੇ ਵੀ ਸੈਕਟਰ ਆਪਣੀ ਇਕੋਨਮੀ ਦੇ ਵਿੱਚ ਕੰਮ ਕਰ ਰਹੇ ਆ ਉਹਦੀ ਪਰਫੋਰਮੈਂਸ ਬਾਰੇ ਪੜ੍ਹਾਂਗੇ, ਤਾਂ ਹੀ ਆਪਾਂ ਨੂੰ ਪਤਾ ਲੱਗੂਗਾ ਵੀ ਇੰਡੀਅਨ ਇਕੋਨਮੀ ਦੇ ਵਿੱਚ ਜਿਹੜੀ ਆਜ਼ਾਦੀ ਦੇ ਸਮੇਂ ਕੀ ਪਰਫੋਰਮੈਂਸ ਸੀਗੀ, ਠੀਕ ਹੈ, ਕਿੰਨੀ ਜ਼ਿਆਦਾ ਕੀ ਆ ਗਰੋਥ ਹੋ ਰਹੀ ਸੀ ਜਾਂ ਨਹੀਂ ਹੋ ਰਹੀ ਸੀ। ਇਸ ਤੋਂ ਅੱਗੇ ਦੇਖੋ ਕੀ ਆ, ਕਹਿੰਦੇ ਪੈਰਾਮੀਟਰਸ ਇੰਡੀਕੇਟਿੰਗ ਸਟੇਟ ਆਫ ਇੰਡੀਅਨ ਇਕੋਨਮੀ। ਕਹਿੰਦੇ ਬਹੁਤ ਸਾਰੇ ਜੀ ਕੀ ਆ ਸੈਕਟਰਸ ਵੱਖ-ਵੱਖ ਇੰਡੀਅਨ ਇਕੋਨਮੀ ਦੇ ਵਿੱਚ ਕੰਮ ਕਰ ਰਹੇ ਆ। ਦੇਖੋ, ਜੋ ਪੈਰਾਮੀਟਰ ਇੱਕ ਤਰ੍ਹਾਂ ਦੇ ਪੈਮਾਨੇ ਆ ਜਿਹਦੇ ਨਾਲ ਆਪਾਂ ਅਨੁਮਾਨ ਲਗਾ ਸਕਦੇ ਹਾਂ ਵੀ ਇੰਡੀਅਨ ਇਕੋਨਮੀ ਦੀ ਗਰੋਥ ਕਿਸ ਤਰ੍ਹਾਂ ਚੱਲ ਰਹੀ ਸੀ। ਦੇਖੋ, ਪਹਿਲਾ ਸੈਕਟਰ ਕੀ ਹੈ, ਐਗਰੀਕਲਚਰ, ਇੰਡਸਟਰੀ, ਫੋਰਨ ਟ੍ਰੇਡ, ਡੈਮੋਗ੍ਰਾਫਿਕ ਟ੍ਰਾਂਜੈਕਸ਼ਨ ਸੀਗਾ, ਆਕੂਪੇਸ਼ਨਲ ਸਟਰਕਚਰ ਅਤੇ ਇਨਫਰਾਸਟਰਕਚਰ, ਠੀਕ ਹੈ। ਸਰਚਨਾਤਮਕ ਜਿਹਨੂੰ ਕਿਹਾ ਜਾਂਦਾ, ਆਕੂਪੇਸ਼ਨਲ ਮਤਲਬ ਕਿੱਤਾ ਜਿਹਦੇ ਵਿੱਚ ਕੰਮਕਾਜ ਆ ਜਾਂਦਾ, ਡੈਮੋਗ੍ਰਾਫਿਕ ਮਤਲਬ ਜਨਸੰਖਿਆ ਕਿੰਨੀ ਸੀ, ਫੋਰਨ ਟ੍ਰੇਡ ਮਤਲਬ ਵਿਦੇਸ਼ਾਂ ਦੇ ਨਾਲ ਵਪਾਰ ਕਿਹੋ ਜਿਹਾ ਚੱਲ ਰਿਹਾ ਸੀ, ਸਟੇਟ ਆਫ ਇੰਡਸਟਰੀ ਮਤਲਬ ਉਦਯੋਗਾਂ ਦੀ ਕੀ ਸਥਿਤੀ ਸੀ, ਸਟੇਟ ਆਫ ਐਗਰੀਕਲਚਰ ਦੀ ਕੀ ਸੀ ਆਪਣੀ ਸਥਿਤੀ ਕੀ ਸੀ, ਖੇਤੀਬਾੜੀ ਕਿਸ ਢੰਗ ਦੇ ਨਾਲ ਕੰਮ ਕਰ ਰਹੀ ਸੀ। ਸੋ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਕਿ ਸਟੇਟ ਆਫ ਐਗਰੀਕਲਚਰ ਸੈਕਟਰ ਔਨ ਦਾ ਈਵ ਆਫ ਇੰਡੀਪੈਂਡੈਂਸ, ਜਿਹੜਾ ਭਾਰਤ ਦੇ ਵਿੱਚ ਜਿਹੜੇ ਖੇਤੀਬਾੜੀ ਸੈਕਟਰ ਸੀ ਉਹਦੀ ਕੀ ਸਟੇਟ ਸੀਗੀ ਜਦੋਂ ਆਜ਼ਾਦੀ ਮਿਲਣ ਤੋਂ ਬਾਅਦ। ਸੋ ਦੇਖੋ, ਔਨ ਦਾ ਈਵ ਆਫ independence, the Indian economy was an underdeveloped country economy, ਠੀਕ ਹੈ, dominated by the backward, ਠੀਕ ਹੈ। ਇਹਦੇ ਵਿੱਚ ਕੀ ਲਿਖਿਆ ਹੋਇਆ, ਕਹਿੰਦੇ ਜਦੋਂ ਇੰਡੀਆ ਨੂੰ ਆਜ਼ਾਦੀ ਮਿਲੀ ਉਦੋਂ ਕੀ ਸੀ, ਜਿਹੜਾ ਆਪਣੇ ਇੰਡੀਆ ਦੀ ਇੰਡੀਅਨ ਦੀ ਇਕੋਨਮੀ ਸੀ, ਇੰਡੀਅਨ ਇਕੋਨਮੀ ਸੀ, ਆਰਥਿਕ ਵਿਵਸਥਾ ਸੀਗੀ, ਠੀਕ ਹੈ, ਇੰਡੀਆ ਦੀ ਉਹ ਬਹੁਤ ਜ਼ਿਆਦਾ ਪਛੜੀ ਹੋਈ ਸੀ, ਅੰਡਰ ਡਿਵੈਲਪਡ ਸੀਗੀ, ਠੀਕ ਹੈ। ਆਪਾਂ ਨੂੰ ਪਤਾ ਵੀ ਆਪਣੇ ਇੰਡੀਆ ਦੀ 85% ਜਨਸੰਖਿਆ ਇਹੋ ਜਿਹੀ ਆ ਜੋ ਕੀ ਆ ਪਿੰਡਾਂ ਦੇ ਵਿੱਚ ਰਹਿੰਦੀ ਆ, ਅਤੇ ਸਿਰਫ ਆਪਣੇ ਜਿਹੜਾ
ਜ਼ਰੂਰਤਾਂ ਨੂੰ ਪੂਰਾ ਕਰਨਾ ਉਹਨਾਂ ਨੇ, ਠੀਕ ਹੈ, ਸਰਵਾਈਵਡ ਕਰਨਾ ਉਹਨਾਂ ਨੇ, ਬਚਾ ਕੇ ਰੱਖਣਾ, ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ, ਠੀਕ ਹੈ, ਖਾਣ ਪੀਣ ਦੀਆਂ, ਰੋਟੀ ਕੱਪੜਾ ਔਰ ਮਕਾਨ ਦੀਆਂ ਕੀ ਆ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਉਹ ਪੂਰੀਆਂ ਕਰਨੀਆਂ, ਉਹ ਐਗਰੀਕਲਚਰ 'ਤੇ ਹੀ ਡਿਪੈਂਡ ਕਰਦਾ, ਮਤਲਬ ਹੋਰ ਕੋਈ ਕੰਮ ਨਹੀਂ ਕਰਦੇ। ਸੋ ਉਹਨਾਂ ਦਾ ਜਿਹੜਾ ਮੇਨ ਆਕੂਪੇਸ਼ਨ ਆ, ਮੁੱਖ ਕਿੱਤਾ, ਉਹ ਕੀ ਹੈ, ਐਗਰੀਕਲਚਰ। ਪਰ ਜਿਹੜੀ ਇੰਡੀਆ ਦੇ ਵਿੱਚ ਜਦੋਂ ਆਜ਼ਾਦੀ ਮਿਲੀ ਉਦੋਂ ਕੀ ਸੀ, ਇਹਨਾਂ ਦੀ ਹਾਲਤ ਕੀ ਆ, ਬਹੁਤ ਹੀ ਜ਼ਿਆਦਾ ਪਛੜੀ ਹੋਈ ਸੀ, ਕਿਹਦੀ, ਐਗਰੀਕਲਚਰ ਦੀ। ਦੇਖੋ ਇਸ ਤੋਂ ਅੱਗੇ ਦੇਖੋ ਉਦੋਂ ਕੀ ਹਾਲਾਤ ਸੀ ਪਛੜੇਪਨ ਦੇ। ਕਹਿੰਦੇ ਜਿਹੜੀ ਲੋ ਪ੍ਰੋਡਕਟੀਵਿਟੀ ਸੀਗੀ ਆਪਣੀ ਇੰਡੀਅਨ ਐਗਰੀਕਲਚਰ ਦੀ, ਜਿਹੜੀ ਉਤਪਾਦਕਤਾ ਬਹੁਤ ਘੱਟ ਸੀ, ਮਤਲਬ ਜੋ ਵੀ ਉਹਨਾਂ 'ਤੇ ਫਸਲ ਉਗਾਈ ਜਾਂਦੀ ਸੀ ਉਹ ਤੋਂ ਬਹੁਤ ਹੀ ਜ਼ਿਆਦਾ ਘੱਟ ਪ੍ਰੋਡਕਸ਼ਨ ਹੁੰਦੀ ਸੀ। ਸੋ ਲੋ ਪ੍ਰੋਡਕਟੀਵਿਟੀ ਸੀ। ਅਤੇ ਜਿਹੜੇ ਸੀਗੇ ਕਨਫਲਿਕਟ ਬਿਟਵੀਨ ਦਾ ਓਨਰਸ ਐਂਡ ਦਾ ਟਿਲਰਸ ਆਫ ਦਾ ਸੋਲ, ਠੀਕ ਹੈ, ਜਿਹੜਾ ਕੀ ਕਹਿੰਦੇ ਆ, ਜਿਹੜੇ ਕਾਸ਼ਤਕਾਰ ਤੇ ਮਾਲਕ ਸੀ। ਦੇਖੋ ਮਾਲਕ ਉਹ ਜਿਨ੍ਹਾਂ ਦੀ ਜ਼ਮੀਨ ਹੁੰਦੀ ਸੀ, ਠੀਕ ਹੈ, ਟਿਲਰਸ ਜਿਹੜੇ ਉੱਥੇ ਸਿਰਫ ਕੰਮ ਕਰਦੇ ਸੀ। ਸੋ ਦੇਖੋ ਜਿਹੜੇ ਓਨਰਸ ਸੀਗੇ, ਉਹ ਜਿਹੜੇ ਟਿਲਰਸ ਸੀਗੇ ਉਹ ਓਨਰਸ ਨੂੰ ਇੱਕ ਕੀ ਆ ਦਿੰਦੇ ਸੀਗੇ, ਕਿਰਾਇਆ ਦਿੰਦੇ ਸੀ, ਸਿਰਫ ਉਹ ਇੰਜੋਏ ਕਰਦੇ ਸੀਗੇ ਓਨਰਸ, ਅਤੇ ਕੀ ਆ ਟਿਲਰਸ ਨੂੰ ਤੰਗ ਕਰਦੇ ਸੀ, ਉਹਨਾਂ ਨੂੰ ਜ਼ਿਆਦਾ ਕੰਮ ਕਰਾਉਂਦੇ ਸੀ ਅਤੇ ਘੱਟ ਪੈਸੇ ਦਿੰਦੇ ਸੀ। ਇਸ ਤਰ੍ਹਾਂ ਉਹਨਾਂ ਦੇ ਵਿੱਚ ਵੀ ਵਿਵਾਦ ਚੱਲ ਰਹੇ ਸੀਗੇ, ਠੀਕ ਹੈ, ਕਿੰਨਾ ਵਿਚਕਾਰ, ਓਨਰਸ ਅਤੇ ਟਿਲਰਸ ਦੇ ਵਿਚਕਾਰ। ਇਸ ਤੋਂ ਬਿਨਾਂ ਲੈਕ ਆਫ ਮੀਨਸ ਆਫ ਇਰੀਗੇਸ਼ਨ ਮਤਲਬ ਸਿੰਚਾਈ ਦੇ ਸਾਧਨ ਬਹੁਤ ਜ਼ਿਆਦਾ ਘੱਟ ਸੀਗੇ, ਠੀਕ ਹੈ, ਉਹ ਕੀ ਖੂਹਾਂ 'ਤੇ ਡਿਪੈਂਡ ਕਰਦੇ ਸੀ, ਨਹਿਰਾਂ 'ਤੇ ਡਿਪੈਂਡ ਕਰਦੇ ਸੀ, ਠੀਕ ਹੈ, ਇਹਨਾਂ ਦੇ ਲਈ ਕੁਝ ਖਾਸ ਕਦਮ ਵੀ ਨਹੀਂ ਚੁੱਕੇ ਗਏ ਸੀ। ਤਾਂ ਕਰਕੇ ਜਿਹੜੇ ਸਿੰਚਾਈ ਦੇ ਸਾਧਨਾਂ ਦੇ ਅਭਾਵ ਸੀ, ਇਸ ਕਰਕੇ ਜਿਹੜੀ ਐਗਰੀਕਲਚਰ ਆ ਉਹ ਪਛੜੀ ਹੋਈ ਹੁੰਦੀ ਸੀ, ਠੀਕ ਹੈ। ਇਸ ਤੋਂ ਬਿਨਾਂ ਕੀ ਹੈ, ਸਬ ਡਿਵੀਜ਼ਨ ਆਫ ਲੈਂਡ ਹੋਲਡਿੰਗ, ਕਹਿੰਦੇ ਜਿਹੜੀ ਜ਼ਮੀਨ ਦੀ ਵੰਡ ਕੀਤੀ ਸੀ ਉਹ ਵੀ ਬਹੁਤ ਜ਼ਿਆਦਾ ਗਲਤ ਸੀ, ਠੀਕ ਹੈ, ਤਾਂ ਹੀ ਕਰਕੇ ਉਹਦੇ ਵਿੱਚ ਕੀ ਹੈ, ਲੋ ਪ੍ਰੋਡਕਟੀਵਿਟੀ ਸੀਗੀ, ਠੀਕ ਹੈ, ਜ਼ਿਆਦਾ ਵਿਕਾਸ ਨਹੀਂ ਹੋ ਸਕਿਆ ਸੀ ਐਗਰੀਕਲਚਰ ਦਾ। ਕੀ ਆ ਉਹਦੇ ਵਿੱਚ ਟੈਕਨੀਕਸ ਨਹੀਂ ਆ ਰਹੀਆਂ ਸੀ। ਅਤੇ ਜਿਹੜੀਆਂ ਇੱਕ ਵੱਡਾ ਪੁਆਇੰਟ ਇਹ ਸੀ ਕਿ ਜਿਹੜੀ ਆਪਣੇ ਦੇਸ਼ ਦੀ ਉਪਜਾਊ ਧਰਤੀ ਸੀ, ਜਿੱਥੇ ਬਹੁਤ ਜ਼ਿਆਦਾ ਫਸਲ ਵਗੈਰਾ ਹੁੰਦੀ ਸੀ, ਉਹ ਪਾਕਿਸਤਾਨ ਦੇ ਵਿੱਚ ਚਲੀ ਗਈ ਸੀ। ਸੋ ਇਹ ਬਹੁਤ ਈਜ਼ੀ ਪੁਆਇੰਟਸ ਨੇ, ਤੁਸੀਂ ਸਾਰਿਆਂ ਨੇ ਪੜ੍ਹ ਲੈਣੇ ਆ ਇਹ। ਇਸ ਤੋਂ ਅੱਗੇ ਆਪਾਂ ਡਿਸਕਸ ਕਰਾਂਗੇ ਕਿ ਕਾਜ਼ਜ਼ ਆਫ ਬੈਕਵਰਡਨੈਸ ਐਂਡ ਦਾ ਸਟੈਗਨੇਸ਼ਨ ਆਫ ਇੰਡੀਅਨ ਐਗਰੀਕਲਚਰ। ਜਿਹੜੀ ਆਪਣੀ ਇੰਡੀਆ ਦੀ ਆਪਾਂ ਕਿਹਾ ਵੀ ਉਹ ਬਹੁਤ ਜ਼ਿਆਦਾ ਬੈਕਵਰਡ ਸੀਗੀ, ਠੀਕ ਹੈ, ਉਹਦੇ ਪਛੜੇਪਨ ਦੇ ਆਪਾਂ ਉਹਦੇ ਕਾਰਨ ਕਰਾਂਗੇ, ਕਿਉਂ ਪਛੜੀ ਹੋਈ ਸੀ। ਸਟੈਗਨੇਸ਼ਨ ਹੁੰਦਾ ਵੀ ਉਹਨਾਂ ਦੀ ਜਿਹੜੀ ਗਰੋਥ ਸੀ ਉਹ ਸਥਿਰ ਕਿਉਂ ਸੀ, ਕੌਨਸਟੈਂਟ ਕਿਉਂ ਸੀ, ਠੀਕ ਹੈ, ਇਹਦੇ ਰੀਜ਼ਨਸ ਆਪਾਂ ਕੀ ਆ ਪੜਾਂਗੇ ਅੱਗੇ। ਸੋ ਇਹਦਾ ਫਸਟ ਰੀਜ਼ਨ ਸੀ ਕਿ ਲੈਂਡ ਰੈਵਨਿਊ ਸਿਸਟਮ ਸੀਗਾ, ਉਦੋਂ ਭੂਮੀ ਕਰ ਪ੍ਰਣਾਲੀ ਸੀ, ਉੱਥੇ ਇੱਕ ਜ਼ਿਮੀਂਦਾਰਸ ਹੁੰਦੇ ਸੀ, ਠੀਕ ਹੈ, ਜ਼ਿਮੀਂਦਾਰਸ ਨੂੰ ਕੀ ਕਹਿੰਦੇ ਸੀ, ਉਹ ਇੱਕ ਪਰਮਾਨੈਂਟ ਕਿਹਦੇ ਓਨਰਸ ਸੀਗੇ, ਭੂਮੀ ਦੇ ਮਾਲਕ ਬਣਾ ਦਿੱਤੇ ਜਾਂਦੇ ਸੀ। ਜ਼ਿਮੀਂਦਾਰਸ ਨੂੰ ਕੀ ਕਰਨਾ ਪੈਂਦਾ ਸੀ, ਉਹਨੂੰ ਜਿਹੜੀ ਬ੍ਰਿਟਿਸ਼ ਗੌਰਮੈਂਟ ਆ ਉਹਨੂੰ ਫਿਕਸਡ ਟੈਕਸ ਪੇ ਕਰਨਾ ਹੀ ਪੈਂਦਾ ਸੀ, ਠੀਕ ਹੈ, ਲਗਾਨ ਦੇਣਾ ਪੈਂਦਾ ਸੀ ਉਹਨੂੰ, ਜਿਹਨੂੰ ਲਗਾਨ ਬੋਲਿਆ ਜਾਂਦਾ ਸੀ ਉਦੋਂ, ਠੀਕ ਹੈ। ਅਤੇ ਉਹ ਲਗਾਨ ਕਿੱਥੋਂ ਵਸੂਲ ਕਰਦੇ ਸੀ, ਗਾਂ ਟਿਲਰਸ ਨੂੰ, ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ। ਦੇਖੋ ਜ਼ਿਮੀਂਦਾਰਸ ਸੀਗੇ ਉਹ ਟਿਲਰਸ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਸੀ ਅਤੇ ਉਹਨਾਂ ਨੂੰ ਘੱਟ ਵੇਜਸ ਦਿੰਦੇ ਸੀ, ਠੀਕ ਹੈ, ਉਹਨਾਂ ਤੋਂ ਪੈਸਾ ਇਕੱਠਾ ਕਰਕੇ ਉਹ ਬ੍ਰਿਟਿਸ਼ ਗੌਰਮੈਂਟ ਨੂੰ ਅੱਗੇ ਪੇ ਕਰ ਦਿੰਦੇ ਸੀ, ਠੀਕ ਹੈ। ਇਸੇ ਤਰ੍ਹਾਂ ਜਿਹੜੇ ਉਹਨਾਂ ਦਾ ਜਿਹੜਾ ਆਪਣੀ ਜਿਹੜੀ ਐਗਰੀਕਲਚਰ ਸੈਕਟਰ ਸੀਗਾ ਉਹਦਾ ਵਿਕਾਸ ਬਹੁਤ ਜ਼ਿਆਦਾ ਘੱਟ ਹੋਇਆ, ਕਿਉਂਕਿ ਜਿਹੜੇ ਉੱਥੇ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ ਸੀ, ਠੀਕ ਹੈ। ਜਿਹੜਾ ਟੈਕਸ ਵਗੈਰਾ ਸੀ ਉਹ ਬ੍ਰਿਟਿਸ਼ ਗੌਰਮੈਂਟ ਵੱਲ ਚਲਿਆ ਜਾਂਦਾ ਸੀ ਅਤੇ ਉਹ ਖੇਤੀ ਦੇ ਵਿੱਚੋਂ ਬਹੁਤ ਹੀ ਪੈਸੇ ਘੱਟ ਬਚਦੇ ਸੀ। ਇਸ ਤੋਂ ਅੱਗੇ ਦੇਖੋ ਜਿਹੜਾ ਖੇਤੀ ਦਾ ਵਪਾਰੀਕਰਨ ਕੀਤਾ ਜਾਂਦਾ ਸੀ, ਕਮਰਸ਼ੀਅਲਾਈਜੇਸ਼ਨ ਆਫ ਐਗਰੀਕਲਚਰ। ਕਹਿੰਦੇ ਇੰਡੀਅਨ ਫਾਰਮਰਸ ਨੂੰ ਕੰਪੈਲ ਕੀਤਾ ਜਾਂਦਾ ਸੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਕਿਹਦੀ ਖੇਤੀ ਕਰਨ, ਕਾਟਨ ਦੀ, ਠੀਕ ਹੈ, ਕਪਾਹ ਦੀ ਅਤੇ ਇੰਡੀਗੋ ਮਤਲਬ ਨੀਲ ਦੀ, ਤਾਂ ਕਿ ਜਿਹੜੀ ਇਹ ਖੇਤੀ ਤੋਂ ਪ੍ਰਾਪਤ ਹੋਣ ਵਾਲਾ ਕੱਚਾ ਮਾਲ ਆ ਉਹ ਆਪਣੇ ਦੇਸ਼ ਵਿੱਚ ਲਿਜਾ ਸਕਣ, ਠੀਕ ਹੈ। ਤਾਂ ਕਰਕੇ ਕੀ ਆ ਜਿਹੜੇ ਖੇਤਾਂ ਵਿੱਚ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਘੱਟ ਲਾਭ ਕਿਸਾਨਾਂ ਨੂੰ ਮਿਲ ਰਹੇ ਸੀਗੇ, ਠੀਕ ਹੈ। ਇਸ ਤੋਂ ਅੱਗੇ ਕੀ ਆ, ਜਦੋਂ ਦੇਸ਼ ਦੀ ਵੰਡ ਹੋਈ 47 ਵੇਲੇ, ਠੀਕ ਹੈ, ਇੰਡੀਆ ਅਤੇ ਪਾਕਿਸਤਾਨ ਦੀ, ਉਦੋਂ ਵੀ ਬਹੁਤ ਹੀ ਜ਼ਿਆਦਾ ਕੀ ਆ ਇੰਪੈਕਟ ਪਾਇਆ, ਠੀਕ ਹੈ, ਐਗਰੀਕਲਚਰ 'ਤੇ। ਉਹਨੇ ਇੰਪੈਕਟ ਆਫ ਪਾਰਟੀਸ਼ਨ ਔਨ ਦਾ ਐਗਰੀਕਲਚਰ। ਕਹਿੰਦੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੀ ਫਰਟਾਈਲ ਲੈਂਡ ਸੀਗੀ, ਉਪਜਾਊ ਭੂਮੀ ਸੀ, ਉਹ ਪਾਕਿਸਤਾਨ ਵਿੱਚ ਚਲੀ ਗਈ। ਤਾਂ ਕਰਕੇ ਜਿਹੜੀ ਹਾਈ ਇਰੀਗੇਸ਼ਨ ਅਤੇ ਹਾਈ ਇਰੀਗੇਟਡ ਮਤਲਬ ਬਹੁਤ ਜ਼ਿਆਦਾ ਸਿੰਚਾਈ ਕਰਨ ਵਾਲੀ ਕਿਹੜੀ ਸੀਗੀ ਭੂਮੀ, ਉਹ ਕੀ ਪਾਕਿਸਤਾਨ ਵਿੱਚ ਚਲੀ ਗਈ। ਇਸ ਤਰ੍ਹਾਂ ਕੀ ਆ ਉਹਦੇ ਨਾਲ ਜਿਹੜੀ ਪ੍ਰੋਡਕਸ਼ਨ ਆ
ਉਹ ਬਹੁਤ ਜ਼ਿਆਦਾ ਘਟ ਗਏ। ਠੀਕ ਹੈ, ਪਾਰਟੀਸ਼ਨ ਦਾ ਵੀ ਬਹੁਤ ਜ਼ਿਆਦਾ ਅਸਰ ਪਿਆ। ਇਹ ਬਹੁਤ ਹੀ ਈਜ਼ੀ ਪੁਆਇੰਟਸ ਨੇ। ਇਸ ਤੋਂ ਅੱਗੇ ਕੀ ਆ, ਲੋ ਇਨਵੈਸਟਮੈਂਟ ਇਨ ਐਗਰੀਕਲਚਰ। ਐਗਰੀਕਲਚਰ ਦੇ ਵਿੱਚ ਦੇਖੋ, ਖੇਤੀ ਦੇ ਵਿੱਚ ਬਹੁਤ ਹੀ ਜ਼ਿਆਦਾ ਘੱਟ ਨਿਵੇਸ਼ ਕੀਤਾ ਜਾਂਦਾ ਸੀ। ਜਿਹੜੇ ਫਾਰਮਰ ਸੀ, ਕਿਸਾਨ ਸੀ, ਉਹ ਓਲਡ ਮੈਥਡਸ ਯੂਜ਼ ਕਰ ਰਹੇ ਸੀਗੇ ਕਾਹਦੇ, ਖੇਤੀ ਕਰਨ ਦੇ। ਠੀਕ ਹੈ, ਤਾਂ ਕਰਕੇ ਉਹਨਾਂ ਨੂੰ ਕੋਈ ਟੈਕਨੀਕ ਦਾ ਨਹੀਂ ਪਤਾ ਸੀ, ਕੋਈ ਇੰਪਰੂਵਮੈਂਟ ਨਹੀਂ ਹੋ ਰਹੀ ਸੀ। ਤਾਂ ਕਰਕੇ ਉਹਨਾਂ ਕੋਲ ਜਿਹੜੇ ਫਰਟੀਲਾਈਜ਼ਰ ਸੀਗੇ ਉਹ ਵੀ ਕੀ ਸੀਗੇ, ਘੱਟ ਜਿਹੜੇ ਫਰਟੀਲਾਈਜ਼ਰ ਸੀ ਉਹਨਾਂ ਦੀ ਕਮੀ ਸੀਗੀ। ਠੀਕ ਹੈ, ਉਹਨਾਂ ਕੋਲ ਜਿਹੜੇ ਫਲੱਡ ਵਗੈਰਾ ਨੂੰ ਕੰਟਰੋਲ ਕਰਨ ਦੇ ਕੋਈ ਸਿਸਟਮ ਨਹੀਂ ਸੀਗੇ। ਜਿਹੜੇ ਉਹਨਾਂ ਦੇ ਸੀਡਸ ਸੀਗੇ, ਬੀਜ ਸੀ, ਉਹ ਘੱਟ ਕੁਆਲਿਟੀ ਦੇ ਸੀ। ਤਾਂ ਕਰਕੇ ਜਿਹੜੀ ਖੇਤੀ ਆ ਉਹ ਬਹੁਤ ਜ਼ਿਆਦਾ ਪਛੜੀ ਰਹਿ ਗਈ। ਸੋ ਇਹ ਟੌਪਿਕ ਆਪਣਾ ਇੱਥੇ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।